ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਚੈਪਟਰ 8ਵਾਂ ਮਾਈਕਰੋਸਾਫਟ ਪਬਲਿਸ਼ਰ ਭਾਗ ਦੂਜਾ ਸ਼ੁਰੂ ਕਰਾਂਗੇ। ਜਿਵੇਂ ਕਿ ਅਸੀਂ ਪਿਛਲੇ ਚੈਪਟਰ ਦੇ ਵਿੱਚ ਪੜ੍ਹਿਆ ਹੈ ਕਿ ਮਾਈਕਰੋਸਾਫਟ ਪਬਲਿਸ਼ਰ ਕੀ ਹੈ ਤੇ ਉਸ ਦੇ ਨਾਲ ਅਸੀਂ ਕੀ ਡਿਜ਼ਾਈਨ ਕਰ ਸਕਦੇ ਹਾਂ। ਇਸ ਚੈਪਟਰ ਦੇ ਵਿੱਚ ਅਸੀਂ ਉਹਨਾਂ ਚੀਜ਼ਾਂ ਦੀ ਡਿਟੇਲ ਬਾਰੇ ਹੀ ਪੜ੍ਹਾਂਗੇ। ਵਿਗਿਆਪਨ ਕੀ ਹਨ, ਬਰਾਊਜ਼ਰਸ ਕੀ ਹੁੰਦੇ ਹਨ, greeting card, award certificate, envelopes, labels, letterheads, calendars, resume, menus, sign, paper folding project ਵੀ ਅਸੀਂ ਤਿਆਰ ਕਰ ਸਕਦੇ ਹਾਂ। ਆਓ ਵਿਗਿਆਪਨ ਬਾਰੇ ਪੜ੍ਹੀਏ। ਵਿਗਿਆਪਨ ਐਡਵਰਟਾਈਜ਼ਮੈਂਟ। ਵਿਗਿਆਪਨ ਤੋਂ ਭਾਵ ਹੈ ਕਿ ਕੰਪਨੀ ਕਿਵੇਂ ਲੋਕਾਂ ਨੂੰ ਆਪਣੇ ਉਤਪਾਦਾਂ, ਸੇਵਾਵਾਂ ਜਾਂ ਵਿਚਾਰਾਂ ਨੂੰ ਖਰੀਦਣ ਲਈ ਉਤਸ਼ਾਹਿਤ ਕਰਦੀ ਹੈ। ਤੁਹਾਡੇ ਸਾਹਮਣੇ ਕੋਈ ਇਨਫੋਰਮੇਸ਼ਨ ਆ ਰਹੀ ਹੈ ਤਾਂ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਉਹ ਚੀਜ਼ ਬਾਰੇ ਥੋੜੀ ਜਿਹੀ ਕਿਉਰਿਓਸਿਟੀ ਹੋ ਜਾਂਦੀ ਹੈ ਕਿ ਇਹ ਚੀਜ਼ ਕਿਸ ਤਰ੍ਹਾਂ ਕੰਮ ਕਰਦੀ ਹੈ। ਵਿਗਿਆਪਨ ਉਸੇ ਚੀਜ਼ ਦਾ ਫਾਇਦਾ ਉਠਾਉਂਦੇ ਹਨ ਅਤੇ ਤੁਹਾਨੂੰ ਉਹ ਚੀਜ਼ ਖਰੀਦਣ ਲਈ ਉਤਸ਼ਾਹਿਤ ਕਰਦੇ ਹਨ। ਛੋਟੇ ਸ਼ਬਦਾਂ ਵਿੱਚ ਇੱਕ ਇਸ਼ਤਿਹਾਰ ਜਾਂ ਵਿਗਿਆਪਨ ਤੋਂ ਭਾਵ ਹੁੰਦਾ ਹੈ ਕਿ ਉਹ ਚੀਜ਼ ਜੋ ਆਪਣੇ ਵੱਲ ਚੰਗੀ ਤਰ੍ਹਾਂ ਧਿਆਨ ਖਿੱਚਦੀ ਹੈ। ਇਹ ਆਮ ਤੌਰ ਤੇ ਕਿਸੇ ਵਿਗਿਆਪਨ ਏਜੰਸੀ ਦੁਆਰਾ ਡਿਜ਼ਾਈਨ ਕੀਤਾ ਜਾਂਦਾ ਹੈ। ਇਸ਼ਤਿਹਾਰਬਾਜ਼ੀ ਟੈਲੀਵਿਜ਼ਨ, ਰੇਡੀਓ, ਅਖਬਾਰਾਂ, ਮੈਗਜ਼ੀਨਾਂ ਆਦਿ ਤੇ ਦਿਖਾਈ ਦਿੰਦੇ ਹਨ। ਵਿਗਿਆਪਨ ਮਾਰਕੀਟਿੰਗ ਸੰਚਾਰ ਦਾ ਇੱਕ ਆਡੀਓ ਜਾਂ ਵਿਜ਼ੂਅਲ ਫਾਰਮ ਹੈ ਜੋ ਕਿਸੇ ਉਤਪਾਦ, ਸੇਵਾ ਜਾਂ ਵਿਚਾਰ ਨੂੰ ਉਤਸ਼ਾਹਿਤ ਕਰਨ ਦਾ ਵਿਚਾਰ ਵਰਤਿਆ ਜਾਂਦਾ ਹੈ। ਹੁਣ ਵਿਗਿਆਪਨ ਨਾਲ ਕੀ ਹੁੰਦਾ ਹੈ, ਤੁਸੀਂ ਕੁਝ ਪੜ੍ਹ ਰਹੇ ਹੋ, ਅਖਬਾਰ ਪੜ੍ਹ ਰਹੇ ਹੋ ਤਾਂ ਉਸ ਦੇ ਵਿੱਚ ਇੱਕ ਸਾਈਡ ਤੇ ਛੋਟਾ ਜਿਹਾ ਵਿਗਿਆਪਨ ਆ ਗਿਆ, ਮਤਲਬ ਉਹ ਉਸ ਚੀਜ਼ ਦੇ ਨਾਲ ਦਿੱਤਾ ਜਾਂ ਰੱਖਿਆ ਜਾਂਦਾ ਹੈ ਜੋ ਚੀਜ਼ ਤੁਹਾਨੂੰ ਇੰਟਰਸਟ ਰੱਖਦੀ ਹੈ, ਪੈਦਾ ਕਰਦੀ ਹੈ, ਤਾਂ ਕਿ ਜੋ ਦੇਖਣ ਵਾਲਾ ਹੈ ਉਸਨੂੰ ਜਾਂ ਪੜ੍ਹਨ ਵਾਲਾ ਹੈ ਉਹ ਇੱਕ ਵਾਰ ਉਸ ਤੇ ਨਜ਼ਰ ਜ਼ਰੂਰ ਮਾਰੇ। ਜੇ ਤੁਸੀਂ ਉਸ ਨੂੰ ਪੜ੍ਹ ਲੈਂਦੇ ਹੋ, ਤੁਹਾਨੂੰ ਚੰਗੀ ਲੱਗਦੀ ਹੈ ਤਾਂ ਤੁਹਾਡੇ ਵਿਚਾਰ ਬਦਲ ਵੀ ਸਕਦੇ ਹਨ। ਮਤਲਬ ਤੁਹਾਨੂੰ ਆਕਰਸ਼ਿਤ ਕਰਨ ਲਈ, ਕਿਸੇ ਚੀਜ਼ ਵੇਚਣ ਲਈ ਵਿਗਿਆਪਨ ਕਿਹਾ ਜਾਂਦਾ ਹੈ। ਔਰ ਜ਼ਿਆਦਾਤਰ ਇਹ ਡਿਜ਼ਾਈਨ ਕੰਪਨੀਆਂ ਕਰਦੀਆਂ ਹਨ ਜੋ ਉਹਨਾਂ ਨੇ ਡਿਜ਼ਾਈਨਰ ਰੱਖੇ ਹੁੰਦੇ ਹਨ, ਪਰ ਮਾਈਕਰੋਸਾਫਟ ਪਬਲਿਸ਼ਰ ਦੇ ਵਿੱਚ ਤੁਸੀਂ ਆਪ ਦੇ ਛੋਟੇ ਇਸ਼ਤਿਹਾਰ ਵੀ ਛਾਪ ਸਕਦੇ ਹੋ ਔਰ ਸਿੰਗਲ ਇੰਡੀਵਿਜੂਅਲ। ਵਿਗਿਆਪਨ ਨੂੰ ਵੱਖ-ਵੱਖ ਮੀਡੀਆ ਦੁਆਰਾ ਸੰਚਾਰ ਕੀਤਾ ਜਾਂਦਾ ਹੈ, ਜਿਵੇਂ ਕਿ ਪੁਰਾਣੇ ਮੀਡੀਆ ਜਿਸ ਤੋਂ ਭਾਵ ਹੈ ਅਖਬਾਰ, ਮੈਗਜ਼ੀਨ, ਟੈਲੀਵਿਜ਼ਨ। ਇਹ ਇਸ ਤਰ੍ਹਾਂ ਦੇ ਦਿਖਦੇ ਹਨ। ਆਪਾਂ ਇਹਨਾਂ ਨੂੰ ਐਡ ਵਜੋਂ ਜਾਣਦੇ ਹਾਂ। ਤੁਸੀਂ ਅੱਜ ਕੱਲ੍ਹ ਸਮਾਰਟ ਸਕਰੀਨ ਦੇ ਉੱਤੇ, ਆਪਦੇ ਸਮਾਰਟਫੋਨ ਦੇ ਉੱਤੇ ਜਦੋਂ ਕੋਈ ਵੀ ਐਪ ਖੋਲਦੇ ਹੋ ਉਸ ਦੇ ਨਾਲ ਵਿਗਿਆਪਨ ਵੀ ਜ਼ਰੂਰ ਆਉਂਦੇ ਹਨ। ਔਰ ਕਿਸ ਤਰ੍ਹਾਂ ਦਾ ਵਿਗਿਆਪਨ ਆਉਂਦਾ ਹੈ ਤੁਹਾਡੀ ਹਿਸਟਰੀ ਤੇ ਡਿਪੈਂਡ ਕਰਦਾ ਹੈ, ਤੁਸੀਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਦੇਖਦੇ ਹੋ ਫੋਨ ਦੇ ਉੱਤੇ। ਉਹ ਤੁਹਾਡੀ ਰੁਚੀ ਦੇ ਅਕੋਰਡਿੰਗਲੀ ਤੁਹਾਨੂੰ ਵਿਗਿਆਪਨ ਦਿਖਾਉਂਦਾ ਹੈ। ਇਹ ਇੱਕ ਤਰ੍ਹਾਂ ਦਾ ਵਿਗਿਆਪਨ ਹੈ ਜੋ ਕਿ ਅਸੀਂ ਮਾਈਕਰੋਸਾਫਟ ਪਬਲਿਸ਼ਰ ਦੇ ਵਿੱਚ ਬਣਾ ਸਕਦੇ ਹਾਂ। ਨਵਾਂ ਫਾਈਲ ਖੋਲੋ ਜਾਂ ਟੈਂਪਲੇਟ ਖੋਲ ਕੇ ਤੁਸੀਂ ਆਰਾਮ ਨਾਲ ਆਪਦੇ ਟਾਈਪ ਜਾਂ ਡਿਟੇਲ ਐਡ ਕਰ ਸਕਦੇ ਹੋ। MS ਪਬਲਿਸ਼ਰ ਬ੍ਰਾਊਜ਼ਰ, ਨਿਊਜ਼ਲੈਟਰਾਂ, ਬਿਜ਼ਨਸ ਕਾਰਡ ਅਤੇ ਪਿਕਚਰ ਮੈਨੂ ਸਮੇਤ ਵੱਖ-ਵੱਖ ਤਰ੍ਹਾਂ ਦੇ ਪਬਲੀਕੇਸ਼ਨ ਬਣਾਉਣ ਵਿੱਚ ਸਾਡੀ ਮਦਦ ਕਰਨ ਲਈ ਟੈਂਪਲੇਟਸ ਅਤੇ ਹੋਰ ਮੁਹੱਈਆ ਕਰਦਾ ਹੈ। ਜਿਵੇਂ ਕਿ ਕੱਲ ਵੀ ਆਪਾਂ ਪੜ੍ਹਿਆ ਹੈ ਕਿ ਟੈਂਪਲੇਟਸ ਦੀ ਮਦਦ ਨਾਲ ਸਾਨੂੰ ਬਹੁਤ ਹੀ ਸੌਖਾ ਹੋ ਜਾਂਦਾ ਹੈ ਕਿਸੇ ਵੀ ਚੀਜ਼ ਨੂੰ ਬਣਾਉਣਾ, ਕਿਉਂਕਿ ਉਸ ਦੇ ਵਿੱਚ ਡਿਜ਼ਾਈਨ ਤੇ ਸਟਾਈਲ ਆਲਰੇਡੀ ਦਿੱਤੇ ਹੁੰਦੇ ਆ। ਪਰ ਫਿਰ ਵੀ ਜੇ ਤੁਸੀਂ ਆਪਣੇ ਮੁਤਾਬਿਕ ਕੋਈ ਇਸ਼ਤਿਹਾਰ ਜਾਂ ਕੋਈ ਚੀਜ਼, ਕੋਈ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਤਾਂ ਵੀ ਉਹ ਬਣਾ ਸਕਦੇ ਹੋ। ਇਸ਼ਤਿਹਾਰ ਲਈ ਵੱਖ-ਵੱਖ ਪ੍ਰਿੰਟ ਮੀਡੀਆ ਹੇਠ ਲਿਖੇ ਹਨ। ਪਹਿਲਾ ਕਿਹੜਾ ਹੁੰਦਾ ਹੈ? ਬ੍ਰੋਸ਼ਰਸ, ਨਿਊਜ਼ਲੈਟਰਸ, ਬੈਨਰ, ਕੈਟਾਲੌਗਸ ਤੇ ਫਲਾਇਰਸ। ਹੁਣ ਬ੍ਰੋਸ਼ਰ ਕੀ ਹਨ? ਇੱਕ ਬ੍ਰੋਸ਼ਰ ਇੱਕ ਜਾਣਕਾਰੀ ਭਰਪੂਰ ਕਾਗਜ਼ੀ ਦਸਤਾਵੇਜ਼ ਹੈ, ਮਤਲਬ ਇੱਕ ਕਾਗਜ਼ ਹੈ ਜੋ ਅਕਸਰ ਇਸ਼ਤਿਹਾਰ ਲਈ ਵਰਤਿਆ ਜਾਂਦਾ ਹੈ, ਜੋ ਕਿ ਜਿਸ ਨੂੰ ਟੈਂਪਲੇਟ, ਪੈਂਫਲੇਟ ਜਾਂ ਲੀਫਲੈਟ ਵਿੱਚ ਫੋਲਡ ਕੀਤਾ ਜਾ ਸਕਦਾ ਹੈ। ਤੁਸੀਂ ਅਕਸਰ ਕਿਸੇ ਕਲੀਨਿਕ ਦੇ ਉੱਤੇ ਜਾਂ ਕਿਸੇ ਰੈਸਟੋਰੈਂਟ ਦੇ ਵਿੱਚ ਤੁਸੀਂ ਇੱਕ ਫੋਲਡਡ ਪੇਪਰ ਦੇਖਦੇ ਹੋਵੋਗੇ। ਜਦੋਂ ਤੁਸੀਂ ਫੋਲਡ ਖੋਲਦੇ ਹੋ ਤਾਂ ਅਲੱਗ-ਅਲੱਗ ਫੋਲਡ ਤੋਂ ਬਾਅਦ ਅਲੱਗ ਚੀਜ਼ ਹੁੰਦੀ ਹੈ, ਅਲੱਗ ਇਨਫੋਰਮੇਸ਼ਨ ਹੁੰਦੀ ਹੈ।
ਜੋ ਤੁਹਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਦਿੰਦੀ ਹੈ। ਬ੍ਰਾਊਜ਼ਰ ਨੂੰ ਅਖਬਾਰਾਂ ਵਿੱਚ ਵੀ ਵੰਡਿਆ ਜਾਂਦਾ ਹੈ। ਨਿੱਜੀ ਤੌਰ ਤੇ ਜਾਂ ਵਿਕਸਿਤ ਥਾਵਾਂ ਤੇ ਬ੍ਰਾਊਜ਼ਰ ਰੈਕ ਵਿੱਚ ਰੱਖਿਆ ਜਾਂਦਾ ਹੈ, ਮਤਲਬ ਇੱਕ ਰੈਕ ਦੇ ਵਿੱਚ ਵੀ ਇਹ ਰੱਖੇ ਜਾਂਦੇ ਹਨ ਫੋਲਡ ਕਰਕੇ। ਉਹਨਾਂ ਨੂੰ ਗ੍ਰੇ ਲਿਟਰੇਚਰ ਵੀ ਮੰਨਿਆ ਜਾਂਦਾ ਹੈ। ਅੱਜ ਕੱਲ੍ਹ ਦੇ ਬ੍ਰਾਊਜ਼ਰ ਇਲੈਕਟ੍ਰੋਨਿਕ ਫਾਰਮੈਟ ਵਿੱਚ ਵੀ ਉਪਲਬਧ ਹਨ, ਜਿਨ੍ਹਾਂ ਨੂੰ ਈ ਬ੍ਰਾਊਜ਼ਰਸ ਕਿਹਾ ਜਾਂਦਾ ਹੈ। ਇਹਨਾਂ ਰਵਾਇਤੀ ਕਾਗਜ਼ ਬ੍ਰਾਊਜ਼ਰਾਂ ਦੀ ਤੁਲਨਾ ਵਿੱਚ ਈ ਬ੍ਰਾਊਜ਼ਰ, ਜੋ ਕਿ ਘੱਟ ਲਾਗਤ ਹੋਣ ਕਰਕੇ ਵੱਡੀ ਗਿਣਤੀ ਵਿੱਚ ਵੰਡੇ ਜਾਂਦੇ ਹਨ। ਇਸ ਤਰ੍ਹਾਂ ਦਾ ਪੇਪਰ ਜੋ ਕਿ ਤੁਹਾਨੂੰ ਇਸ ਪਿਕਚਰ ਵਿੱਚ ਦਿਖਾਈ ਦੇ ਰਿਹਾ ਹੈ, ਔਰ ਇਹ ਫੋਲਡਡ ਪੇਪਰ ਤੁਸੀਂ ਕਿਤੇ ਵੀ ਰੱਖ ਸਕਦੇ ਹੋ, ਕਿਸੇ ਰੈਕ 'ਚ ਬਣਾ ਕੇ, ਕਿਸੇ ਇਨਫੋਰਮੇਸ਼ਨ ਦੇ ਫਰੰਟ ਡੈਸਕ ਤੇ, ਜਾਂ ਤੁਸੀਂ ਅਖਬਾਰਾਂ ਦੇ ਵਿੱਚ ਵੀ ਇਹਨੂੰ ਦੇ ਸਕਦੇ ਹੋ। ਸਿੰਗਲ ਸ਼ੀਟ ਬ੍ਰਾਊਜ਼ਰ ਦੀ ਸਭ ਤੋਂ ਆਮ ਕਿਸਮ ਬਾਈ ਫੋਲਡ ਹੈ, ਮਤਲਬ ਇੱਕੋ ਸ਼ੀਟ ਤੇ ਦੋਹਾਂ ਪਾਸਿਆਂ ਤੇ ਛਪੀ ਹੁੰਦੀ ਹੈ ਅਤੇ ਅੱਧ ਵਿੱਚ ਫੋਲਡ ਕੀਤਾ ਜਾਂਦਾ ਹੈ। ਇਨਫੋਰਮੇਸ਼ਨ ਅੱਧ ਤੋਂ ਫੋਲਡ ਕਰਨ ਤੋਂ ਬਾਅਦ ਅਲੱਗ ਹੋ ਜਾਂਦੀ ਹੈ। ਅਤੇ ਟ੍ਰਾਈਫੋਲਡ ਉਵੇਂ ਹੀ 3 ਪਰਤਾਂ ਦੇ ਵਿੱਚ। ਬਾਈਫੋਲਡ ਬ੍ਰਾਊਜ਼ਰ 4 ਪੈਨਲਾਂ ਵਿੱਚ ਵੰਡਿਆ ਹੁੰਦਾ ਹੈ, ਹਰੇਕ ਪਾਸੇ 2 ਪੈਨਲ, ਜਦਕਿ ਟ੍ਰਾਈਫੋਲਡ 6 ਪੈਨਲਾਂ ਵਿੱਚ ਵੰਡਿਆ ਹੁੰਦਾ ਹੈ। ਹੋਰ ਬ੍ਰਾਊਜ਼ਰ ਫੋਲਡ ਦੀ ਵਿਵਸਥਾ ਵੀ ਸੰਭਵ ਹੈ, ਅਕੋਰਡੀਅਨ, ਜ਼ੈਡ ਫੋਲਡ, ਸੀ ਫੋਲਡ ਆਦਿ। ਇਹ ਸਾਰੀਆਂ ਸ਼ੀਟਾਂ ਦੇ ਮੁਤਾਬਿਕ ਜਾਂ ਜ਼ਰੂਰਤ ਦੇ ਮੁਤਾਬਿਕ ਵੀ ਬਦਲ ਸਕਦੇ ਹਨ। ਇਹਨਾਂ ਦੇ ਵਿੱਚੋਂ ਨਕਸ਼ੇ ਵੀ ਆ ਜਾਂਦੇ ਹਨ। ਕਈ ਤਰ੍ਹਾਂ ਦੇ ਸੈਡਲ ਸਵਿਚਸ ਹੁੰਦੇ ਹਨ। MS ਪਬਲਿਸ਼ਰ ਦੀ ਵਰਤੋਂ ਕਰਦੇ ਹੋਏ ਬ੍ਰਾਊਜ਼ਰ ਕਿਵੇਂ ਤਿਆਰ ਕਰਨਾ ਹੈ? ਜਿਵੇਂ ਕਿ ਆਪਾਂ ਕੱਲ ਇੱਕ ਸਿੰਪਲ ਫਾਈਲ ਖੋਲੀ ਸੀ ਨਵਾਂ ਬ੍ਰਾਊਜ਼ਰ ਖੋਲ ਕੇ, ਜਾਂ ਟੈਂਪਲੇਟ ਸੀ ਮਤਲਬ। ਪਬਲਿਸ਼ਰ ਵਿੱਚ ਬ੍ਰਾਊਜ਼ਰ ਬਣਾਉਣ ਲਈ ਸਟੈਪ: ਫਾਈਲ ਟੈਬ ਤੇ ਕਲਿੱਕ ਕਰੋ, ਨਿਊ ਅਤੇ ਫਿਰ ਬ੍ਰਾਊਜ਼ਰ। ਹੁਣ ਜੋ ਤੁਸੀਂ ਬ੍ਰਾਊਜ਼ਰ ਤੇ ਕਲਿੱਕ ਕਰਦੇ ਹੋ ਉਹ ਇੱਕ ਟੈਂਪਲੇਟ ਫੋਲਡਰ ਹੈ, ਜਿਸ ਦੇ ਵਿੱਚ ਪਹਿਲਾਂ ਤੋਂ ਹੀ ਬਣੇ ਬਣਾਏ ਫੋਲਡਰ ਟੈਂਪਲੇਟਸ ਪਏ ਹਨ, ਡਿਜ਼ਾਈਨ ਪਏ ਹਨ। ਇਸ ਤਰ੍ਹਾਂ ਨਾਲ ਜਿਵੇਂ ਕਿ ਆਪਾਂ ਕੱਲ ਸਿੰਪਲ ਇੱਕ ਬਿਜ਼ਨਸ ਕਾਰਡ ਦੇ ਤੌਰ ਤੇ ਦੇਖਿਆ ਸੀ, ਉਹ ਇਸੇ ਤਰ੍ਹਾਂ ਜੋ ਵੀ ਤੁਹਾਨੂੰ ਬ੍ਰਾਊਜ਼ਰ ਪਸੰਦ ਹੈ ਉਸ ਤੇ ਕਲਿੱਕ ਕਰੋ ਅਤੇ ਉਸ ਨੂੰ ਐਡਿਟ ਕਰਨਾ ਸ਼ੁਰੂ ਕਰ ਦਿਓ। ਉਸ ਦੇ ਵਿੱਚ ਕਲਰ ਚੇਂਜ ਕਰਨੇ, ਫੌਂਟ ਚੇਂਜ ਕਰਨਾ, ਪੈਨਲ ਕਿੰਨੇ ਬਣਾਉਣੇ ਹਨ ਅਤੇ ਉਸ ਦਾ ਆਰਡਰ ਕਿਵੇਂ ਹੋਵੇ, ਕਲਰ ਸਕੀਮ, ਫੌਂਟ, ਇਹ ਸਾਰੇ ਉਸ ਦੇ ਵਿੱਚ ਹੈ। ਇਸ ਬੁੱਕ ਦੇ ਵਿੱਚ ਤੁਹਾਨੂੰ ਡਿਟੇਲ ਤਰੀਕੇ ਨਾਲ ਸਟੈਪ ਬਾਏ ਸਟੈਪ ਇਨਫੋਰਮੇਸ਼ਨ ਦਿੱਤੀ ਗਈ ਹੈ। ਮਾਈਕਰੋਸਾਫਟ ਪਬਲਿਸ਼ਰ ਨੂੰ ਓਪਨ ਕਰਕੇ ਧਿਆਨ ਨਾਲ ਇਹਨਾਂ ਸਾਰੇ ਸਟੈਪਸ ਨੂੰ ਫੋਲੋ ਕਰੋ। ਔਰ ਇਸੇ ਤਰ੍ਹਾਂ ਹੀ ਬਾਕੀ ਨਿਊਜ਼ਲੈਟਰ। ਹੁਣ ਨਿਊਜ਼ਲੈਟਰ ਕੀ ਹੁੰਦਾ ਹੈ? ਇੱਕ ਨਿਊਜ਼ਲੈਟਰ ਇੱਕ ਪ੍ਰਿੰਟ ਰਿਪੋਰਟ ਹੁੰਦੀ ਹੈ, ਮਤਲਬ ਕਿਸੇ ਕਾਰੋਬਾਰ ਦੇ ਰਿਲੇਟਡ ਕੋਈ ਵੀ ਰਿਪੋਰਟ ਹੋਵੇ ਉਸ ਨੂੰ ਨਿਊਜ਼ਲੈਟਰ ਕਹਿੰਦੇ ਹਨ। ਜਾਂ ਕਿਸੇ ਸੰਗਠਨ ਦੀਆਂ ਗਤੀਵਿਧੀਆਂ, ਕੁਝ ਹੋਣ ਵਾਲਾ ਹੈ, ਕਿਤੇ ਮੇਲਾ ਹੈ, ਕਿਤੇ ਫੇਅਰ ਹੈ, ਜਾਂ ਕਿਤੇ ਖਾਸ ਜਗ੍ਹਾ ਤੇ ਕੁਝ ਸੰਗਠਨ ਹੈ ਕਾਰੋਬਾਰੀ, ਜਾਂ ਜਾਣਕਾਰੀ ਹੁੰਦੀ ਹੈ ਜੋ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਬਕਾਇਦਾ ਡਾਕ ਰਾਹੀਂ ਨਿਯਮਿਤ ਰੂਪ ਵਿੱਚ ਭੇਜੀ ਜਾਂਦੀ ਹੈ। ਮਤਲਬ ਤੁਹਾਨੂੰ ਖਾਸ ਮੈਗਜ਼ੀਨ ਜਾਂ ਕੁਝ ਇਨਫੋਰਮੇਸ਼ਨ ਛਪਦੀ ਹੈ ਤਾਂ ਤੁਸੀਂ ਮਹੀਨੇ ਤੁਹਾਨੂੰ ਇਨਫੋਰਮੇਸ਼ਨ ਪੂਰੀ ਆ ਜਾਂਦੀ ਹੈ, ਉਸ ਨੂੰ ਵੀ ਨਿਊਜ਼ਲੈਟਰ ਕਹਿੰਦੇ ਹਨ। ਇਹਨਾਂ ਨਿਊਜ਼ਲੈਟਰਾਂ ਵਿੱਚ ਆਮ ਤੌਰ ਤੇ ਪ੍ਰਾਪਤਕਰਤਾ ਦੀ ਦਿਲਚਸਪੀ ਦਾ ਮੁੱਖ ਵਿਸ਼ਾ ਹੁੰਦਾ ਹੈ। ਇਹ ਨਿਊਜ਼ਲੈਟਰ ਨੂੰ ਗ੍ਰੇ ਲਿਟਰੇਚਰ ਮੰਨਿਆ ਜਾਂਦਾ ਹੈ। ਈ ਨਿਊਜ਼ਲੈਟਰ ਈਮੇਲ ਦੁਆਰਾ ਇਲੈਕਟ੍ਰੋਨਿਕ ਤੌਰ ਤੇ ਭੇਜੇ ਜਾਂਦੇ ਹਨ। ਤੁਸੀਂ ਇਹਨਾਂ ਨੂੰ ਡਿਜ਼ਾਈਨ ਕਰਕੇ ਇਲੈਕਟ੍ਰੋਨਿਕਲੀ ਈਮੇਲ ਕਰ ਸਕਦੇ ਹੋ। ਬਿਨਾਂ ਆਗਿਆ ਭੇਜੇ ਜਾਣ ਵਾਲੇ ਇਸ ਨੂੰ ਸਪਾਮ ਕਿਹਾ ਜਾਂਦਾ ਹੈ, ਮਤਲਬ ਇਨਫੋਰਮੇਸ਼ਨ ਜਿਹੜੀ ਸੀ ਆਪਾਂ ਨੂੰ ਨਹੀਂ ਚਾਹੀਦੀ। MS ਪਬਲਿਸ਼ਰ ਵਰਤਦੇ ਹੋਏ ਨਿਊਜ਼ਲੈਟਰ ਕਿਵੇਂ ਬਣਾਉਣਾ ਹੈ? ਉਸੇ ਤਰ੍ਹਾਂ ਟੈਂਪਲੇਟਸ ਦੇ ਵਿੱਚ ਜਾ ਕੇ ਜੋ ਡਿਜ਼ਾਈਨ ਪਸੰਦ ਹੈ ਉਸ ਦੇ ਵਿੱਚ ਪੇजेस, ਜਿਵੇਂ ਕਿ 1 2 3 4 ਪੇਜ ਵਾਲਾ ਹੈ, ਇਹਦੇ ਵਿਚਾਲੇ ਫੋਲਡ ਆ ਜਾਏਗਾ ਸੈਕੰਡ ਤੇ ਥਰਡ ਪੇਜ ਦੇ, ਔਰ ਬਹੁਤ ਆਸਾਨੀ ਨਾਲ ਡਿਜ਼ਾਈਨ ਹੋ ਜਾਏ। ਫਿਰ ਬੈਨਰ, ਇਹ ਕੱਪੜੇ ਦੀ ਇੱਕ ਲੰਮੀ ਪੱਟੀ ਦੀ ਤਰ੍ਹਾਂ ਹੁੰਦਾ ਹੈ। ਆਮ ਤੌਰ ਤੇ ਜਦੋਂ ਕੋਈ ਵੱਡਾ ਸੰਗਠਨ ਜਾਂ ਇਕੱਠ ਹੋਣ ਵਾਲਾ ਹੋਵੇ ਤਾਂ ਨਿਊਜ਼ਲੈਟਰ ਦੇ ਨਾਲ ਬੈਨਰ ਵੀ ਛਪਵਾਏ ਜਾਂਦੇ ਹਨ, ਬਹੁਤ ਵੱਡੇ ਕਰਕੇ, ਤਾਂ ਜੋ ਸਾਰੇ ਲੋਕਾਂ ਨੂੰ, ਪ੍ਰਸ਼ਾਸਨ ਨੂੰ ਆਦਿ ਪਤਾ ਲੱਗੇ ਕਿ ਇੱਥੇ ਕੀ ਹੋਣ ਵਾਲਾ ਹੈ। ਵਰਤੋਂ ਅਨੁਸਾਰ ਬੈਨਰ ਇੱਕ ਝੰਡਾ ਜਾਂ ਇੱਕ ਕੱਪੜਾ ਹੋ ਸਕਦਾ ਹੈ ਜਿਸ ਵਿੱਚ ਲੋਗੋ, ਸਲੋਗਨ ਜਾਂ ਹੋਰ ਮਾਰਕੀਟਿੰਗ ਸੰਦੇਸ਼ ਲਿਖਿਆ ਹੋਵੇ। ਹੁਣ ਲੋਗੋ ਕੀ ਹੁੰਦਾ? ਇੱਕ ਸਪੈਸ਼ਲ ਸਿੰਬਲ ਜਿਸ ਦੇ ਨਾਲ ਪਤਾ ਲੱਗਦਾ ਹੈ ਕਿ ਤੁਸੀਂ ਕਿਸ ਨੂੰ ਬਿਲੋਂਗ ਕਰਦੇ ਹੋ ਜਾਂ ਇਹ ਕਿਸ ਚੀਜ਼ ਬਾਰੇ ਹੈ। ਸਲੋਗਨ ਕੀ ਹੁੰਦਾ ਹੈ? ਤੁਹਾਡਾ ਮੁੱਦਾ,
ਵੀ ਅਸੀਂ ਕੀ ਕਰਨਾ ਚਾਹੁੰਦੇ ਹਾਂ ਜਾਂ ਕਿਸ ਬਾਰੇ ਹੈ ਗੱਲ ਹੋ ਰਹੀ, ਜਾਂ ਹੋਰ ਵੀ ਇਨਫੋਰਮੇਸ਼ਨ ਜੋ ਮਾਰਕੀਟਿੰਗ ਤੌਰ ਤੇ ਵਰਤੀ ਜਾਂਦੀ ਹੈ। ਇੱਕ ਆਨਲਾਈਨ ਬੈਨਰ ਵਿੱਚ ਗ੍ਰਾਫਿਕ ਚਿੱਤਰ ਅਤੇ ਸਾਈਟ ਦੇ ਨਾਮ ਨਾਲ ਪਛਾਣਿਆ ਜਾਂਦਾ ਹੈ। ਮਤਲਬ ਜੋ ਗ੍ਰਾਫਿਕ ਪਿਕਚਰਸ ਪਾਈਆਂ ਹੁੰਦੀਆਂ ਹਨ, ਉਹਦੇ ਸਿੰਬਲ ਪਾਏ ਹਨ, ਉਹ ਆਨਲਾਈਨ ਬੈਨਰ ਵੀ ਹੋ ਜਾਂਦੇ ਹਨ। ਔਰ ਇਸ ਨੂੰ ਤਿਆਰ ਕਰਨ ਦਾ ਵੀ ਸੇਮ ਹੀ ਤਰੀਕਾ ਹੈ। ਤੁਸੀਂ ਬੈਨਰ ਨੂੰ ਡਿਜ਼ਾਈਨ ਕਰਨ ਲਈ ਟੈਂਪਲੇਟਸ ਓਪਨ ਕਰ ਸਕਦੇ ਹੋ ਐਂਡ ਚੇਂਜ ਕਰ ਸਕਦੇ ਹੋ। ਜਿਵੇਂ ਕਿ ਆ ਛੋਟਾ ਜਿਹਾ ਕੰਗ੍ਰੈਚੁਲੇਸ਼ਨਸ ਦਾ ਬੈਨਰ ਹੈ, ਜਦੋਂ ਤੁਸੀਂ ਪੇਜ ਤੇ ਕਲਿੱਕ ਕਰੋ ਜਾਂ ਆਟੋਮੈਟਿਕਲੀ ਕੋਈ ਚੀਜ਼ ਫਾਈਲ ਹੋਵੇ, ਖਤਮ ਹੋਵੇ, ਤਾਂ ਉਹ ਸਾਹਮਣੇ ਆ ਜਾਵੇ। ਕੈਟਾਲੌਗਸ। ਕੈਟਾਲੌਗ ਕਿਸੇ ਵੀ ਚੀਜ਼ ਦੀ ਸੂਚੀ ਹੋ ਸਕਦੀ ਹੈ ਕਿ ਕਿਸੇ ਕ੍ਰਮ ਵਿੱਚ ਵਿਵਸਥਿਤ ਹੁੰਦੀ ਹੈ। ਮਤਲਬ ਜਦੋਂ ਤੁਸੀਂ ਲਾਇਬ੍ਰੇਰੀ ਜਾਂ ਵੱਡੀਆਂ ਇਹੋ ਜਿਹੀਆਂ ਸੰਸਥਾਵਾਂ ਦੇ ਵਿੱਚ ਜਾਂਦੇ ਹੋ ਜਿੱਥੇ ਬਹੁਤ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੈ, ਤਾਂ ਉਸ ਦੇ ਮੇਨ ਪੇਜ ਦੇ ਲਈ ਤੁਸੀਂ ਇਹ ਦੇਖਣ ਲਈ ਕਿਹੜੀ ਚੀਜ਼ ਕਿੱਥੇ ਹੈ ਤਾਂ ਇੱਕ ਕੈਟਾਲੌਗ ਤਿਆਰ ਕਰਦੇ ਹੋ। ਆਪਣੇ ਬੇਸ ਦੇ ਉੱਤੇ ਬੁੱਕਸ ਦੇ ਮੂਹਰੇ ਕੈਟਾਲੌਗ ਤਿਆਰ ਹੁੰਦਾ ਹੈ ਕਿ ਆਹ ਪੇਜ ਨੰਬਰ ਤੇ ਆਹ ਚੈਪਟਰ ਹੈ ਜਾਂ ਆਹ ਟੌਪਿਕ ਹੈ। ਉਹ ਇੱਕ ਛੋਟਾ ਜਿਹਾ ਕੈਟਾਲੌਗ ਹੈ। ਲਾਇਬ੍ਰੇਰੀ ਦੇ ਵਿੱਚ ਇੱਕ ਪੂਰੀ ਦੀ ਪੂਰੀ ਬੁੱਕ ਹੁੰਦੀ ਹੈ ਕਿ ਪੂਰੀ ਲਾਇਬ੍ਰੇਰੀ ਦੇ ਵਿੱਚ ਬੁੱਕਸ ਕਿਹੜੇ-ਕਿਹੜੇ ਟੇਬਲ ਤੇ ਕਿਸ-ਕਿਸ ਬਾਕਸ ਦੇ ਵਿੱਚ ਕਿੱਥੇ-ਕਿੱਥੇ ਪਈਆਂ ਹਨ, ਕਿਸ ਕ੍ਰਮਵਾਰ ਪਈਆਂ ਹਨ। ਇੱਥੇ ਇਹ ਕੈਟਾਲੌਗ ਉਹਨਾਂ ਉਤਪਾਦਨਾਂ ਦੇ ਸੰਗ੍ਰਹਿ ਦੀ ਨੁਮਾਇੰਦਗੀ ਵੀ ਕਰਦਾ ਹੈ ਜਿਸ ਨੂੰ ਅਸੀਂ ਸ਼੍ਰੇਣੀਆਂ ਵਿੱਚ ਵੰਡਦੇ ਹਾਂ। MS ਪਬਲਿਸ਼ਰ ਦੇ ਵਿੱਚ ਕੈਟਾਲੌਗ ਬਣਾਉਣ ਲਈ ਸੇਮ ਹੀ ਸਟੈਪ ਹਨ। ਤੁਸੀਂ ਟੈਂਪਲੇਟਸ ਖੋਲੋਗੇ ਔਰ ਜੋ ਸਟਾਈਲ ਚੁਣਨਾ ਹੈ ਉਹ ਸਟਾਈਲ ਦੇ ਮੁਤਾਬਿਕ ਕੈਟਾਲੌਗ ਚੁਣ ਸਕਦੇ ਹੋ। ਫਲਾਇਰਸ। ਇੱਕ ਫਲਾਇਰ ਕਾਗਜ਼ੀ ਵਿਗਿਆਪਨ ਦਾ ਰੂਪ ਹੁੰਦਾ ਹੈ। ਮਤਲਬ ਜਦੋਂ ਤੁਸੀਂ ਅਖਬਾਰਾਂ ਦੇ ਵਿੱਚ ਆਮ ਤੌਰ ਤੇ ਅਖਬਾਰ ਖੋਲਦੇ ਹੋ ਜਾਂ ਤੁਹਾਨੂੰ ਇੱਕ ਛੋਟਾ ਜਿਹਾ ਲੀਫਲੈਟ ਕਾਗਜ਼ ਹੁੰਦਾ ਹੈ ਅਲੱਗ ਕਲਰ ਦਾ, ਜੋ ਅਖਬਾਰ ਦਾ ਹਿੱਸਾ ਨਹੀਂ ਹੁੰਦਾ, ਉਸ ਨੂੰ ਫਲਾਇਰਸ ਕਹਿੰਦੇ ਹਨ, ਜੋ ਕਿ ਵਿਗਿਆਪਨ ਵਿਆਪਕ ਡਿਸਟ੍ਰੀਬਿਊਸ਼ਨ ਲਈ ਜਨਤਕ ਥਾਵਾਂ ਤੇ ਪੋਸਟ ਕੀਤੇ ਜਾਂਦੇ ਹਨ। ਔਰ ਵਿਗਿਆਪਨ ਦੇ ਤੌਰ ਤੇ, ਮਸ਼ਹੂਰੀ ਦੇ ਤੌਰ ਤੇ ਫਲਾਇਰਸ ਫੋਟੋਕਾਪੀ ਪਰਚੇ ਤੋਂ ਲੈ ਕੇ ਮਹਿੰਗੇ ਗਲੋਸੀ ਰੰਗਦਾਰ ਵੀ ਹੋ ਸਕਦੇ ਹਨ। ਇਹ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਫਲਾਇਰ ਹੈ ਔਰ ਕਿਸ ਚੀਜ਼ ਲਈ ਵਰਤਿਆ ਗਿਆ ਹੈ। ਇਹ ਵਿਅਕਤੀ ਕਾਰੋਬਾਰਾਂ, ਨੌਨ ਲਾਭ ਵਾਲੀਆਂ ਸੰਸਥਾਵਾਂ, NGOs ਜਾਂ ਸਰਕਾਰਾਂ ਸਮੇਤ ਕਿਸੇ ਲਈ ਵੀ ਵਰਤੇ ਜਾ ਸਕਦੇ ਹਨ। ਲਾਈਵ ਕਨਸਰਟ, ਕੁਝ ਲਾਈਵ ਹੋਣ ਵਾਲਾ ਹੈ। ਨਾਈਟ ਕਲੱਬਸ, ਤਿਉਹਾਰ, ਰੈਲੀ ਵਰਗੀਆਂ ਘਟਨਾਵਾਂ ਦੇ ਇਸ਼ਤਿਹਾਰ। ਕਿਸੇ ਕਾਰੋਬਾਰ, ਡਿਸਕਾਊਂਟ ਸਟੋਰ ਜਾਂ ਕਿਸੇ ਸੇਵਾ ਦਾ ਕਾਰੋਬਾਰ, ਕੋਈ ਆਫਰ ਲੱਗਿਆ ਹੈ ਸਪੈਸ਼ਲ, ਕਿਸੇ ਮਾਰਕੀਟ ਵਿੱਚ ਦੀਵਾਲੀ ਵੇਲੇ ਆਫਰ ਲੱਗੇ ਹਨ, ਤੁਹਾਨੂੰ ਘਰਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਆਉਂਦੇ ਹਨ ਕਿ ਇਸ ਟਾਈਮ ਤੋਂ ਲੈ ਕੇ ਇਸ ਟਾਈਮ ਤੱਕ ਬਹੁਤ ਵਧੀਆ ਸੇਲ ਲੱਗਣ ਵਾਲੀ ਹੈ। ਚੋਣਾਂ ਦੌਰਾਨ ਕਿਸੇ ਸਿਆਸੀ ਪਾਰਟੀ ਜਾਂ ਉਮੀਦਵਾਰ ਦੀ ਤਰਫੋਂ ਸਮਾਜਿਕ, ਧਾਰਮਿਕ ਜਾਂ ਸਿਆਸੀ ਸੰਦੇਸ਼, ਮੁਹਿੰਮ ਦੀਆਂ ਗਤੀਵਿਧੀਆਂ ਬਾਰੇ ਲੋਕਾਂ ਨੂੰ ਪ੍ਰੇਰਿਤ ਕਰਨਾ, ਸੰਸਥਾਵਾਂ ਜਾਂ ਕੰਪਨੀਆਂ ਲਈ ਮੈਂਬਰ ਰਿਕਰੂਟ ਕਰਨਾ। MS ਪਬਲਿਸ਼ਰ ਦੇ ਵਿੱਚ ਵੀ ਸੇਮ ਉਸੇ ਤਰ੍ਹਾਂ ਹੀ ਤੁਸੀਂ ਬਣਾ ਸਕਦੇ ਹੋ। ਮਾਰਕੀਟਿੰਗ ਦੀਆਂ ਚੀਜ਼ਾਂ, ਟੈਂਪਲੇਟਸ ਖੋਲ ਕੇ ਐਂਡ ਪ੍ਰਾਈਸ ਉਹਦੀ ਪਰਸੈਂਟੇਜ ਆਫ। ਬਿਜ਼ਨਸ ਕਾਰਡਸ। ਬਿਜ਼ਨਸ ਕਾਰਡ ਨੂੰ ਵਿਜ਼ਿਟਿੰਗ ਕਾਰਡ ਵੀ ਕਹਿੰਦੇ ਹਾਂ। ਇੱਕ ਛੋਟਾ ਜਿਹਾ ਕਾਰਡ ਹੁੰਦਾ ਹੈ ਜੋ ਕਿ ਕਾਰੋਬਾਰ, ਪਤੇ ਆਦਿ ਲਈ ਛਾਪਿਆ ਜਾਂਦਾ ਹੈ। ਕਾਰੋਬਾਰੀ ਕਾਰਡ ਇੱਕ ਕੰਪਨੀ ਜਾਂ ਵਿਅਕਤੀ ਬਾਰੇ ਵਿਆਪਕ ਜਾਣਕਾਰੀ ਦੇਣ ਵਾਲੇ ਕਾਰਡ ਹਨ ਜੋ ਰਸਮੀ ਜਾਣ ਪਛਾਣ ਦੇ ਦੌਰਾਨ ਸਾਂਝੇ ਕੀਤੇ ਜਾਂਦੇ ਹਨ। ਇੱਕ ਕਾਰੋਬਾਰੀ ਕਾਰਡ ਵਿੱਚ ਆਮ ਤੌਰ ਤੇ ਕਾਰਡ ਦੇਣ ਵਾਲੇ ਦਾ ਨਾਮ, ਕੰਪਨੀ ਜਾਂ ਵਿਆਪਕ ਸੰਬੰਧ ਆਮ ਤੌਰ ਤੇ ਲੋਗੋ ਦੇ ਨਾਲ ਹੁੰਦੇ ਹਨ ਅਤੇ ਉਹਨਾਂ ਦੇ ਸੰਪਰਕ ਦੀ ਜਾਣਕਾਰੀ। ਤੁਸੀਂ ਕਿਸੇ ਵੀ ਸ਼ਾਪ ਤੇ ਜਾਂ ਵੱਡੇ ਦੁਕਾਨਦਾਰ ਕੋਲੇ ਜਾਂਦੇ ਹੋ ਤਾਂ ਉਸ ਦਾ ਇੱਕ ਵਿਜ਼ਿਟਿੰਗ ਕਾਰਡ ਟੇਬਲ ਤੇ ਪਿਆ ਹੁੰਦਾ ਹੈ ਜੋ ਕਿ ਅੱਗੇ ਲਈ ਜਾਂ ਕਿਸੇ ਇਨਫੋਰਮੇਸ਼ਨ ਦੇ ਲਈ ਤੁਸੀਂ ਉਸ ਨੂੰ ਸੰਪਰਕ ਕਰਨ ਲਈ ਵਰਤਦੇ ਹੋ। ਔਰ ਇਹ ਤੁਸੀਂ ਮਾਈਕਰੋਸਾਫਟ ਪਬਲਿਸ਼ਰ ਦੇ ਵਿੱਚ ਵੀ ਡਿਜ਼ਾਈਨ ਕਰ ਸਕਦੇ ਹੋ। ਬਹੁਤ ਸੌਖੇ ਤਰੀਕੇ ਨਾਲ ਬਿਜ਼ਨਸ ਕਾਰਡ ਬਣਾਉਣਾ। ਟੈਂਪਲੇਟਸ ਦੇ ਵਿੱਚ ਜਾ ਕੇ, ਜਿਵੇਂ ਕਿ ਪਿਛਲੀ ਕਲਾਸ ਦੇ ਵਿੱਚ ਅਸੀਂ ਦੇਖਿਆ ਸੀ, ਆਰਾਮ ਨਾਲ ਤੁਸੀਂ ਇਸ ਨੂੰ ਚੇਂਜ ਕਰ ਸਕਦੇ ਹੋ। ਦਾ ਨੇਮ, ਪਤਾ, ਕਿਸ ਤਰ੍ਹਾਂ ਦਾ ਹੋਣਾ ਚਾਹੀਦੀ ਹੈ ਬੈਕਗ੍ਰਾਉਂਡ। ਦੈਨ ਗ੍ਰੀਟਿੰਗ ਕਾਰਡ, ਸੱਦਾ ਪੱਤਰ ਜਾਂ ਪ੍ਰਸ਼ੰਸਾ ਕਾਰਡ। ਜਦੋਂ ਕਿਸੇ ਤੁਸੀਂ ਨੂੰ ਗ੍ਰੀਟਿੰਗ ਕਾਰਡ ਦੇਣਾ ਹੈ, ਕਿਸੇ ਨੂੰ ਗ੍ਰੀਟ ਕਰਨਾ ਹੈ ਜਾਂ ਕਿਸੇ ਨੂੰ ਸੱਦਾ ਦੇਣਾ ਹੈ ਜਾਂ ਕਿਸੇ ਦੀ ਵਧਾਈ ਪਾਤਰ ਹੁੰਦੇ ਹੋ, ਇਸ ਦੌਰਾਨ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਕਾਰਡ ਡਿਜ਼ਾਈਨ ਕਰਦੇ ਹਾਂ। ਜਨਮ ਦਿਨ ਤੇ, ਛੁੱਟੀਆਂ ਵੇਲੇ, ਦੀਵਾਲੀ ਵੇਲੇ ਗ੍ਰੀਟ ਕਰਨ ਲਈ। ਇਹਨਾਂ ਸਟੈਪਸ ਨੂੰ ਫੋਲੋ ਕਰਕੇ ਤੁਸੀਂ ਮਾਈਕਰੋਸਾਫਟ ਪਬਲਿਸ਼ਰ ਦੇ ਵਿੱਚ ਉਹ ਵੀ ਬਣਾ ਸਕਦੇ ਹੋ। ਦੈਨ ਅਵਾਰਡ ਸਰਟੀਫਿਕੇਟ।
ਅਵਾਰਡ ਸਰਟੀਫਿਕੇਟ ਕੀ ਹੁੰਦੇ ਹਨ? ਉਹ ਸਰਟੀਫਿਕੇਟ ਜਿਹੜੇ ਕਿ ਤੁਹਾਨੂੰ ਕਿਸੇ ਚੀਜ਼ ਦੇ ਪੂਰਾ ਕਰਨ ਤੋਂ ਉਪਰੰਤ ਮਿਲਦੇ ਹਨ, ਜਿਵੇਂ ਕਿ ਤੁਹਾਡੀ ਡਿਗਰੀ ਤੋਂ ਬਾਅਦ, ਜਾਂ ਤੁਸੀਂ ਕਿਸੇ ਖੇਡ ਦੇ ਵਿੱਚ ਹਿੱਸਾ ਲਿਆ ਹੈ ਉਸ ਨੂੰ ਜਿੱਤ ਤੋਂ ਬਾਅਦ, ਜਾਂ ਕਿਸੇ ਚੀਜ਼ ਨੂੰ ਪੂਰਾ ਕਰਨ ਤੋਂ ਬਾਅਦ। ਇਹ ਪੁਰਸਕਾਰ ਕਿਸੇ ਵਿਅਕਤੀ ਜਾਂ ਕਿਸੇ ਸੰਸਥਾ ਨੂੰ ਜਾਂ ਕਿਸੇ ਖਾਸ ਖੇਤਰ ਵਿੱਚ ਉਸ ਦੀ ਉਪਲਬਧੀ ਲਈ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਟਰਾਫੀ, ਟਾਈਟਲ, ਮੈਡਲ, ਬੈਜ, ਪੈਨ ਜਾਂ ਰਿਬਨ ਦੇ ਨਾਲ ਦਿੱਤਾ ਜਾ ਸਕਦਾ ਹੈ। ਜ਼ਰੂਰੀ ਨਹੀਂ ਇਹ ਕਾਗਜ਼ ਹੋਵੇ, ਇਹ ਕਿਸੇ ਵੀ ਤਰੀਕੇ ਦਾ ਹੋ ਸਕਦਾ ਹੈ। ਸਰਟੀਫਿਕੇਸ਼ਨ ਇੱਕ ਵਸਤੂ, ਵਿਅਕਤੀ ਜਾਂ ਸੰਸਥਾ ਦੇ ਕੁਝ ਖਾਸ ਗੁਣਾਂ ਦੀ ਪੁਸ਼ਟੀ ਕਰਦਾ ਹੈ ਕਿ ਇਸ ਪਰਸਨ ਨੇ ਜਾਂ ਇਸ ਸੰਸਥਾ ਨੇ ਆਹ ਚੀਜ਼ ਪੂਰੀ ਕੀਤੀ ਔਰ ਇਸ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਵੇ। ਕਿਸੇ ਵਿਅਕਤੀ ਨੂੰ ਅਵਾਰਡ ਸਰਟੀਫਿਕੇਟ ਮਿਲਣ ਨਾਲ ਕਿਸੇ ਰਾਹੀਂ ਉਸਦੇ ਕੰਮ ਦੀ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਉਸ ਵਿਅਕਤੀ ਤੋਂ ਪ੍ਰੇਰਿਤ ਹੋ ਕੇ ਦੂਸਰਿਆਂ ਨੂੰ ਵੀ ਪ੍ਰੇਰਨਾ ਦਿੱਤੀ ਜਾਂਦੀ ਹੈ। ਅਵਾਰਡ ਸਰਟੀਫਿਕੇਟ ਵਿੱਚ ਕਮਿਊਨਿਟੀ ਸਰਵਿਸ ਅਵਾਰਡ, ਮਹਾਨ ਕੰਮ, ਚੰਗਾ ਰਵੱਈਆ ਜਾਂ ਕੋਰਸ ਨੂੰ ਪੂਰਾ ਕਰਨ ਲਈ ਸ਼ਾਮਿਲ ਹੋ ਸਕਦੇ ਹਨ। MS ਪਬਲਿਸ਼ਰ ਦੇ ਵਿੱਚ ਇਹ ਵੀ ਉਪਲਬਧ ਹਨ ਔਰ ਇਸ ਨੂੰ ਬਣਾਉਣ ਦੇ ਲਈ ਤੁਸੀਂ ਅਲੱਗ-ਅਲੱਗ ਡਿਜ਼ਾਈਨ ਵੀ ਚੂਜ਼ ਕਰ ਸਕਦੇ ਹੋ। ਜਿਵੇਂ ਕਿ ਇਹ ਅਵਾਰਡ ਸਰਟੀਫਿਕੇਟ ਹੈ, ਤੁਸੀਂ ਇਸ ਦਾ ਬੈਕਗ੍ਰਾਉਂਡ ਕਲਰ, ਇਸ ਦਾ ਸਟਾਈਲ, ਇਸ ਦੇ ਉੱਤੇ ਲਿਖਿਆ ਹੋਇਆ ਨੇਮ ਵੀ ਚੇਂਜ ਕਰ ਸਕਦੇ ਹੋ, ਜੋ ਇਸ ਤਰ੍ਹਾਂ ਨਾਲ ਦਿਖਦੇ ਹਨ। ਐਨਵੈਲਪਸ, ਐਨਵੈਲਪ ਕੀ ਹੁੰਦੇ ਹਨ? ਇੱਕ ਐਨਵੈਲਪ ਇੱਕ ਆਮ ਪੈਕਿੰਗ ਆਈਟਮ ਹੈ। ਪੈਕਿੰਗ ਆਈਟਮ ਮਤਲਬ ਜਦੋਂ ਅਸੀਂ ਕਿਸੇ ਨੂੰ ਚਿੱਠੀ ਪੱਤਰ ਜਾਂ ਕਾਰਡ ਭੇਜਦੇ ਹਾਂ ਤਾਂ ਉਹ ਇੱਕ ਲਿਫਾਫੇ ਦੇ ਵਿੱਚ ਪਾ ਕੇ ਭੇਜਦੇ ਹਾਂ। ਪੈਕਿੰਗ ਇਹ ਆਮ ਤੌਰ ਤੇ ਪਤਲੇ ਫਲੈਟ ਸਮੱਗਰੀ ਦੇ ਬਣੇ ਹੁੰਦੇ ਹਨ, ਮਤਲਬ ਪਤਲਾ ਹੁੰਦਾ ਹੈ ਜਿਸ ਦੇ ਵਿੱਚ ਇੱਕ ਹੀ ਡਾਕੂਮੈਂਟ ਪੈ ਜਾਵੇ। ਇਹ ਫਲੈਟ ਕਾਗਜ਼ ਦਾ ਲਿਫਾਫਾ ਹੁੰਦਾ ਹੈ, ਮਤਲਬ ਉਸੇ ਕਾਗਜ਼ ਦੇ ਲਿਫਾਫੇ ਨੂੰ ਐਨਵੈਲਪ ਕਿਹਾ ਜਾਂਦਾ ਹੈ। ਇਸ ਦਾ ਇੱਕ ਸੀਲ ਕਰਨਯੋਗ ਫਲੈਪ ਹੁੰਦਾ ਹੈ, ਮਤਲਬ ਜਦੋਂ ਤੁਸੀਂ ਚਿੱਠੀ ਜਾਂ ਪੱਤਰ ਉਸ ਦੇ ਵਿੱਚ ਪਾ ਦਿੱਤਾ ਤਾਂ ਉਸ ਨੂੰ ਸੀਲ ਕਰਕੇ ਉਸ ਦੇ ਉੱਤੋਂ ਬੰਦ ਕਰਕੇ ਉਸ ਨੂੰ ਅੱਗੇ ਭੇਜਿਆ ਜਾ ਸਕਦਾ ਹੈ। ਇਹ ਸ਼ੀਟਾਂ ਦੇ ਨਾਲ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਵੀ ਕਰ ਸਕਦੇ ਹੋ। ਆਮ ਤੌਰ ਤੇ ਮਾਰਕੀਟ ਦੇ ਵਿੱਚ, ਬਾਜ਼ਾਰ ਦੇ ਵਿੱਚ ਤੁਹਾਨੂੰ ਪਲੇਨ ਐਨਵੈਲਪ ਮਿਲਦੇ ਹਨ, ਪਰ ਵੱਡੀਆਂ ਕੰਪਨੀਆਂ ਆਪਦੇ ਨੇਮ ਦੇ ਨਾਲ ਇਹਨਾਂ ਨੂੰ ਪ੍ਰਿੰਟ ਵੀ ਕਰਵਾਉਂਦੀਆਂ ਹਨ, ਜੋ ਡਿਜ਼ਾਈਨ ਵੀ ਕਰਵਾਉਂਦੀਆਂ ਹਨ। ਦੈਨ ਲੇਬਲ। ਲੇਬਲ ਕੀ ਹੁੰਦੇ ਹਨ? ਲੇਬਲ ਇੱਕ ਕਾਗਜ਼ ਦਾ ਉਹ ਟੁਕੜਾ ਹੈ ਜੋ ਕਿਸੇ ਚੀਜ਼ ਦੇ ਬਾਰੇ ਇਨਫੋਰਮੇਸ਼ਨ ਦਿੰਦਾ ਹੈ। ਇਹ ਟੁਕੜਾ ਪੋਲੀਮਰ, ਕੱਪੜਾ, ਧਾਤੂ ਜਾਂ ਕੋਈ ਹੋਰ ਸਮੱਗਰੀ ਹੁੰਦੀ ਹੈ ਜਿਸ ਨੂੰ ਕੰਟੇਨਰ ਜਾਂ ਪ੍ਰੋਡਕਟ ਤੇ ਲਗਾਇਆ ਜਾਂਦਾ ਹੈ। ਤੁਸੀਂ ਕੱਪੜੇ ਖਰੀਦਦੇ ਹੋ ਤਾਂ ਉਸ ਦੇ ਇੱਕ ਸਾਈਡ ਦੇ ਉੱਤੇ ਛੋਟੇ-ਛੋਟੇ ਕੱਪੜੇ ਦੇ ਪੈਚ ਲੱਗੇ ਹੁੰਦੇ ਹਨ। ਇਹ ਕੱਪੜੇ ਨੂੰ ਕਿਸ ਦਾ ਬਣਿਆ ਹੋਇਆ ਹੈ, ਕਿਸ ਦਾ ਮਟੀਰੀਅਲ ਹੈ, ਕਿਸ ਕੰਟਰੀ 'ਚ ਬਣਿਆ ਹੈ ਅਤੇ ਇਸ ਦੀ ਕੇਅਰ ਕਿਵੇਂ ਕੀਤੀ ਜਾਵੇ, ਉਹ ਵੀ ਉਸ ਦਾ ਲੇਬਲ ਹੈ। ਤੁਸੀਂ ਕੋਈ ਟੀਵੀ, ਕੋਈ ਫ੍ਰਿਜ, ਕੋਈ ਵੀ ਚੀਜ਼ ਖਰੀਦਦੇ ਹੋ ਤਾਂ ਉਸ ਦੇ ਉੱਤੇ ਇੱਕ ਸਟicker ਜਿਹਾ ਲੱਗਿਆ ਹੁੰਦਾ ਹੈ, ਉਹ ਸਟicker ਨੂੰ ਲੇਬਲ ਕਿਹਾ ਜਾਂਦਾ ਹੈ। ਕਿਸੇ ਬਾਕਸ ਦੇ ਉੱਤੇ, ਉਸ ਨਵੇਂ ਬਾਕਸ ਦੇ ਉੱਤੇ ਤੁਸੀਂ ਫੋਨ ਖਰੀਦਾ, ਬਾਕਸ ਦੇ ਉੱਤੇ ਇੱਕ ਲੇਬਲ ਸਟicker ਲਾ ਕੇ ਲੱਗਿਆ ਹੁੰਦਾ ਹੈ ਕਿ ਇਹ ਪ੍ਰੋਡਕਟ ਇਸ ਚੀਜ਼ ਦਾ ਹੈ, ਉਸ ਨੂੰ ਲੇਬਲ ਕਿਹਾ ਜਾਂਦਾ ਹੈ। ਇਹ ਉਹਨਾਂ ਦੀ ਉਤਪਤੀ, ਨਿਰਮਾਤਾ, ਬ੍ਰਾਂਡ ਨੇਮ, ਸੈਲਫ ਲਾਈਨ ਆਦਿ ਨੂੰ ਦੱਸਦਾ ਹੈ। ਲੇਬਲ ਵਿੱਚ ਵਰਤਿਆ ਜਾ ਸਕਦਾ ਹੈ ਕਿਤੇ ਪ੍ਰੋਡਕਟ ਦੇ ਉੱਤੇ, ਕੋਈ ਚੀਜ਼ ਖਰੀਦਣੀ ਵੇਚਣੀ ਹੋਵੇ, ਪੈਕੇਜਿੰਗ ਦੇ ਉੱਤੇ, ਐਸਟ ਦੇ ਉੱਤੇ, ਸੰਪत्ति ਮਤਲਬ ਕਿਸੇ ਦੱਸਣਾ ਹੋਵੇ ਕਿ ਇਹ ਮੇਰੀ ਸੰਪत्ति ਹੈ ਜਾਂ ਇਹ ਸੰਪत्ति ਇਸ ਚੀਜ਼ ਦੀ ਹੈ। ਟੈਕਸਟਾਈਲਸ, ਕੱਪੜੇ ਦੇ ਉੱਤੇ। ਮੇਲਿੰਗ, ਜਦੋਂ ਤੁਸੀਂ ਮੇਲ ਭੇਜਦੇ ਹੋ ਤਾਂ ਇੱਕ ਸਟੈਂਪ ਦੀ ਆਧਾਰ ਤੇ ਉਸ ਦੇ ਉੱਤੇ ਇੱਕ ਲੇਬਲ ਵੀ ਲੱਗਦਾ ਹੈ ਕਿ ਇਸ ਨੂੰ ਕਿਸ ਤਰੀਕੇ ਨਾਲ ਭੇਜਿਆ ਜਾਣਾ ਹੈ। ਸੁਰੱਖਿਆ ਲੇਬਲ, ਪ੍ਰੋਟੈਕਸ਼ਨ ਦੇ ਤੌਰ ਤੇ ਵੀ, ਜਦੋਂ ਤੁਸੀਂ ਇਨਵੈਲਪ ਜਾਂ ਕੋਈ ਚੀਜ਼ ਪੈਕ ਕਰਦੇ ਹੋ ਤਾਂ ਉਸ ਦੇ ਉੱਤੇ ਇੱਕ ਸਟicker ਲਾ ਦਿਓ ਜੋ ਕਿ ਪ੍ਰੋਪਰ ਲੱਗਦਾ ਹੋਵੇ ਐਂਡ ਉਹ ਪਤਾ ਲੱਗ ਜਾਵੇਗਾ ਕਿ ਜੇ ਕਿਸੇ ਨੇ ਇਨਵੈਲਪ ਖੋਲਿਆ ਤਾਂ ਉਹ ਲੇਬਲ ਫਟਿਆ ਹੋਣਾ, ਇਸ ਲਈ ਉਸ ਨੂੰ ਸੁਰੱਖਿਆ ਲੇਬਲ ਵੀ ਕਹਿੰਦੇ ਹਨ। ਲੇਬਲ ਬਣਾਉਣ ਦੇ ਲਈ MS ਪਬਲਿਸ਼ਰ ਦੇ ਵਿੱਚ ਸੇਮ ਉਸੇ ਤਰ੍ਹਾਂ ਟੈਂਪਲੇਟਸ ਤੇ ਕਲਿੱਕ ਕਰਕੇ ਅਲੱਗ-ਅਲੱਗ ਡਿਜ਼ਾਈਨ ਵੀ ਚੂਜ਼ ਕਰ ਸਕਦੇ ਹੋ। ਆਹ CD ਦੇ ਉੱਤੇ ਬਣਾਉਣ ਵਾਲਾ ਲੇਬਲ ਹੈ, ਇਸ ਤਰ੍ਹਾਂ ਦਾ ਦਿਖੇਗਾ। ਜਿਹਦੇ CD ਕਵਰ ਹੈ ਉਸ ਦੇ ਉੱਤੇ ਲਾਉਣ ਵਾਲਾ ਲੇਬਲ। ਐਂਡ ਦੈਨ ਲੈਟਰ ਹੈਡਸ। ਲੈਟਰ ਹੈਡ ਕੀ ਹੁੰਦੇ ਹਨ? ਲੈਟਰ ਹੈਡ ਨਾਲ ਛਪੀ ਹੋਈ ਸਟੇਸ਼ਨਰੀ ਹੈ। ਹੈਡਿੰਗ ਵਿੱਚ ਆਮ ਤੌਰ ਤੇ ਇੱਕ ਨਾਂ ਅਤੇ ਇੱਕ ਪਤਾ, ਇੱਕ ਲੋਗੋ ਜਾਂ ਕਾਰਪੋਰੇਟ ਡਿਜ਼ਾਈਨ ਅਤੇ ਕਈ ਵਾਰ ਇੱਕ ਬੈਕਗ੍ਰਾਉਂਡ ਪੈਟਰਨ ਹੁੰਦਾ ਹੈ।
ਲੈਟਰ ਹੁੰਦਾ ਹੈ ਜਦੋਂ ਵੱਡੀ ਕਾਰਪੋਰੇਸ਼ਨ ਜਾਂ ਵੱਡੀ ਸੰਸਥਾ ਆਪਣੇ ਸੰਸਥਾ ਦਾ ਨਾਮ, ਉਸ ਦਾ ਸਾਰਾ ਡਿਟੇਲ ਇੱਕ ਕਾਗਜ਼ ਤੇ ਛਪਵਾ ਕੇ ਰੱਖਦੀ ਹੈ ਔਰ ਥੱਲਿਓਂ ਸਾਰਾ ਪੇਪਰ ਜਾਂ ਉਸ ਦੇ ਉੱਤੇ ਬੈਕਗ੍ਰਾਉਂਡ ਦੇ ਉੱਤੇ ਇੱਕ ਛੋਟਾ ਜਿਹਾ ਲੋਗੋ ਹੁੰਦਾ ਹੈ। ਜਦੋਂ ਵੀ ਕੋਈ ਉਹਨਾਂ ਨੇ ਕੁਝ ਇਨਫੋਰਮੇਸ਼ਨ ਭੇਜਣੀ ਹੁੰਦੀ ਹੈ ਤਾਂ ਉਸੇ ਕਾਗਜ਼ ਦੇ ਉੱਤੇ ਬਣਾ ਕੇ ਭੇਜਦੇ ਹਨ। ਜਿਵੇਂ ਸਕੂਲਾਂ ਦੇ ਵਿੱਚ, ਵੱਡੀਆਂ ਸੰਸਥਾਵਾਂ ਦੇ ਵਿੱਚ ਜਾਂ ਕਿਸੇ ਵੱਡੀਆਂ ਕੰਪਨੀਆਂ ਦੇ ਵਿੱਚ, ਪ੍ਰਾਈਵੇਟ ਕੰਪਨੀਆਂ ਦੇ ਵਿੱਚ ਉਹਨਾਂ ਦੇ ਲੈਟਰ ਹੈਡ, ਸਰਕਾਰੀ ਲੈਟਰ ਹੈਡ ਹੁੰਦੇ ਹਨ ਕਿ ਇਹ ਇਸੇ ਤਰ੍ਹਾਂ ਇਸੇ ਕਾਗਜ਼ ਤੇ ਲਿਖੇ ਜਾਣਗੇ। ਪਬਲਿਸ਼ਰ ਵਿੱਚ ਲੈਟਰ ਹੈਡ ਬਣਾਉਣ ਲਈ ਸੇਮ ਉਸੇ ਤਰ੍ਹਾਂ ਦੇ ਸਟੈਪ ਫੋਲੋ ਕਰਨੇ ਹਨ। ਰੰਗ, ਫੌਂਟ ਸਾਰੇ ਸੇਵ ਕਰ ਸਕਦੇ ਹੋ। ਕੈਲੰਡਰ ਕਿਵੇਂ ਤਿਆਰ ਕਰ ਸਕਦੇ ਹਾਂ? ਇੱਕ ਕੈਲੰਡਰ ਵੱਖ-ਵੱਖ ਉਦੇਸ਼ਾਂ ਲਈ ਬਣਾਉਂਦੇ ਹਨ, ਅਲੱਗ-ਅਲੱਗ ਡਿਜ਼ਾਈਨ ਦੇ ਬਣਦੇ ਹਨ। ਕੈਲੰਡਰ ਨਿੱਜੀ ਕੰਪਨੀਆਂ ਆਪ ਦੇ ਤਰੀਕੇ ਨਾਲ ਬਣਾ ਸਕਦੀਆਂ ਹਨ। ਤੁਸੀਂ ਘਰੇ ਆਪ ਦਾ ਕੈਲੰਡਰ ਡਿਜ਼ਾਈਨ ਕਰ ਸਕਦੇ ਹੋ ਸੇਮ ਉਸੇ ਤਰ੍ਹਾਂ, ਈਅਰ ਪਾ ਕੇ ਇਦਾਂ, ਜਾਂ ਅਲੱਗ-ਅਲੱਗ ਡਿਜ਼ਾਈਨ ਵੀ। ਰੈਜ਼ਿਊਮ ਜਾਂ ਰੈਜ਼ੂਮੇ। ਰਿਜ਼ਿਊਮ ਕੀ ਹੁੰਦੇ ਹਨ? ਇੱਕ ਰਿਜ਼ਿਊਮ ਸਾਡੀ ਸਿੱਖਿਆ, ਕੰਮ ਅਤੇ ਇਤਿਹਾਸ ਹੋਰ ਪ੍ਰਾਪਤੀਆਂ ਦੇ ਹੁਨਰ ਨੂੰ ਸੰਖੇਪ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਰੈਜ਼ੂਮੇ ਉਹ ਕਾਗਜ਼ ਹੈ, ਉਹ ਇਨਫੋਰਮੇਸ਼ਨ ਦਾ ਪ੍ਰਤੀਕ ਹੈ ਜਦੋਂ ਇੱਕ ਸਟੂਡੈਂਟ ਆਪਣੀ ਸਿੱਖਿਆ ਪੂਰੀ ਕਰਕੇ ਜੌਬ ਲੱਭਣ ਲਈ ਪਹਿਲੀ ਵਾਰ ਜਾਂਦਾ ਹੈ ਤਾਂ ਉਸ ਦੇ ਵਿੱਚ ਤੁਹਾਡੀ ਸਿੱਖਿਆ, ਤੁਹਾਡੀ ਆਪਦੀ ਡਿਟੇਲ, ਪਰਸਨਲ ਡਿਟੇਲ ਬਾਰੇ ਲਿਖਿਆ ਹੋਵੇਗਾ ਔਰ ਤੁਹਾਡੀਆਂ ਕੀ ਖੂਬੀਆਂ ਹਨ, ਉਸ ਨੂੰ ਰੈਜ਼ੂਮੇ ਕਿਹਾ ਜਾਂਦਾ ਹੈ। ਇਹ ਉਸ ਦਸਤਾਵੇਜ਼ ਬਣਾਉਣ ਦੇ ਬਰਾਬਰ ਹੈ ਜੋ ਤੁਸੀਂ ਕਿਸੇ ਜੌਬ ਲੈਣ ਦੇ ਖਾਤਰ ਵਰਤਣਾ ਹੈ ਔਰ ਇਸ ਦੇ ਲਈ ਮਾਈਕਰੋਸਾਫਟ ਪਬਲਿਸ਼ਰ ਬਹੁਤ ਬੈਸਟ ਹੈ ਕਿਉਂਕਿ ਇਸ ਦੇ ਵਿੱਚ ਕਈ ਤਰ੍ਹਾਂ ਦੇ ਟੈਂਪਲੇਟਸ ਹਨ ਔਰ ਕਈ ਸਟਾਈਲ ਦੇ ਟੈਂਪਲੇਟਸ ਹਨ। ਤੁਸੀਂ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਪਾਸ ਔਨ ਕਰਨਾ ਚਾਹੁੰਦੇ ਹੋ। ਰੈਜ਼ੂਮੇ ਦੇ ਉੱਤੇ ਸਭ ਤੋਂ ਪਹਿਲਾਂ ਤੁਹਾਡਾ ਨਾਮ, ਤੁਹਾਡਾ ਐਡਰੈਸ ਔਰ ਤੁਸੀਂ ਕੀ ਆਬਜੈਕਟਿਵ ਰੱਖਦੇ ਹੋ ਜ਼ਿੰਦਗੀ ਦੇ ਵਿੱਚ ਜਾਂ ਇਸ ਜੌਬ ਨੂੰ ਲੈ ਕੇ ਕੀ ਤੁਹਾਡੀਆਂ ਖੁਆਇਸ਼ਾਂ ਹਨ। ਫਿਰ ਤੁਹਾਡੀ ਕੁਆਲੀਫਿਕੇਸ਼ਨਸ, ਫਿਰ ਤੁਹਾਡੀ ਵਰਕ ਹਿਸਟਰੀ ਔਰ ਵਰਕ ਹਿਸਟਰੀ ਦੇ ਪੈਣ ਦੇ ਨਾਲ ਤੁਹਾਡਾ ਰੈਜ਼ੂਮੇ ਇੱਕ CV ਮਤਲਬ ਕਰਿਕੂਲਮ ਬਣ ਜਾਂਦਾ ਕਿ ਤੁਹਾਡੀ ਹਿਸਟਰੀ ਕੀ ਆ, ਕਿਸ ਤਰ੍ਹਾਂ ਦਾ ਕੰਮ ਕੀਤਾ ਤੁਸੀਂ। ਐਂਡ ਰੈਫਰੈਂਸ ਤੇ ਐਜੂਕੇਸ਼ਨ ਫਿਰ ਆ ਗਈ। CV ਰੈਜ਼ੂਮੇ ਦੀ ਤਰ੍ਹਾਂ ਇੱਕ CV ਕਰਿਕੂਲਮ ਵਿੱਚ ਤੁਹਾਡੇ ਅਨੁਭਵ ਅਤੇ ਹੁਨਰਾਂ ਦਾ ਸੰਖੇਪ ਹੁੰਦਾ ਹੈ, ਮਤਲਬ ਤੁਸੀਂ ਕਿਸ ਜੌਬ ਤੋਂ ਕੀ ਹੁਨਰ ਲਿਆ ਔਰ ਕਿੰਨੇ ਸਾਲ ਇੱਕ ਕੰਮ ਕਰਨ ਤੋਂ ਬਾਅਦ ਕੀ ਚੀਜ਼ ਸਿੱਖੀ ਔਰ ਨਵੀਂ ਕੰਪਨੀ ਨੂੰ ਤੁਸੀਂ ਕੀ ਆਪਦੀਆਂ ਲੋੜਾਂ ਅਨੁਸਾਰ ਕੀ ਪੇਸ਼ ਕਰ ਸਕਦੇ ਹੋ। ਜਿਸ ਵਿੱਚ ਸਿੱਖਿਆ ਦਾ ਅਨੁਭਵ, ਡਿਗਰੀਆਂ, ਖੋਜ, ਪੁਰਸਕਾਰ ਆਦਿ ਹੁੰਦੇ ਹਨ। ਮੈਨਿਊ ਕਿਵੇਂ ਹੁੰਦੇ ਹਨ? ਕਿਸੇ ਵੀ ਰੈਸਟੋਰੈਂਟ ਦੇ ਵਿੱਚ ਜਾ ਕੇ ਜੋ ਖਾਸ ਚੀਜ਼ ਤੁਹਾਨੂੰ ਪੇਸ਼ ਹੁੰਦੀ ਹੈ ਉਸ ਨੂੰ ਮੈਨਿਊ ਕਹਿੰਦੇ ਹਨ, ਜੋ ਚੀਜ਼ ਤੁਹਾਨੂੰ ਮਿਲਣੀ ਹੈ। ਕਿਸੇ ਰੈਸਟੋਰੈਂਟ ਖਾਣ ਪੀਣ ਅਤੇ ਆਫਰ ਲਈ ਇੱਕ ਮੈਨਿਊ ਹੁੰਦਾ ਹੈ, ਕੋਈ ਆਫਰ ਦੇ ਲਈ ਵੀ ਇਸ ਪਾਰਟ ਦੇ ਵਿੱਚ ਤੁਹਾਨੂੰ ਇਹ ਆਫਰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਨਾਲ ਇਸ ਨੂੰ ਵੀ ਡਿਜ਼ਾਈਨ ਕਰ ਸਕਦੇ ਹੋ। ਸਾਈਨ ਕੀ ਹੁੰਦੇ ਹਨ? ਉਹ ਤਸਵੀਰ ਜਾਂ ਸ਼ਬਦ ਨਾਲ ਪੇਂਟ ਕੀਤਾ ਗਿਆ ਕਾਗਜ਼ ਦਾ ਇੱਕ ਟੁਕੜਾ, ਕੱਪੜੇ, ਲੱਕੜ ਜਾਂ ਕੋਈ ਹੋਰ ਸਮੱਗਰੀ ਹੁੰਦੀ ਹੈ ਜੋ ਕਿਸੇ ਖਾਸ ਥਾਂ, ਉਤਪਾਦ ਜਾਂ ਘਟਨਾ ਬਾਰੇ ਕੁਝ ਜਾਣਕਾਰੀ ਦਿੰਦਾ ਹੈ। ਜਿਵੇਂ ਕਿ ਇਸ ਤਰ੍ਹਾਂ ਦੇ ਸਾਈਨ। ਹੁਣ ਇਹ ਵੀ ਸਾਈਨ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਕਿਤੇ ਪ੍ਰਿੰਟ ਕਰਨ ਲਈ, ਕਿਤੇ ਜਾਣ ਲਈ ਜਾਂ ਕਿਸੇ ਨੂੰ ਕਿਸੇ ਚੀਜ਼ ਤੋਂ ਰੋਕਣ ਦੇ ਲਈ। ਪੇਪਰ ਫੋਲਡਿੰਗ ਪ੍ਰੋਜੈਕਟ। ਹੁਣ ਪੇਪਰ ਫੋਲਡਿੰਗ ਪ੍ਰੋਜੈਕਟ ਕੀ ਹੁੰਦੇ ਹਨ? ਪੇਪਰ ਫੋਲਡਿੰਗ ਪ੍ਰੋਜੈਕਟ ਉਹ ਹੁੰਦੇ ਹਨ ਜਦੋਂ ਆਪਾਂ ਇੱਕ ਕਾਗਜ਼ ਦੇ ਟੁਕੜੇ ਨੂੰ, ਪਲੇਨ ਕਾਗਜ਼ ਦੇ ਟੁਕੜੇ ਨੂੰ ਫੋਲਡ ਕਰਕੇ ਕਿਸੇ ਸ਼ੇਪ ਦੇ ਤੌਰ ਤੇ ਤਿਆਰ ਕਰਦੇ ਹਾਂ। ਆਮ ਤੌਰ ਤੇ ਬੱਚੇ ਪੇਪਰ ਨੂੰ ਫੋਲਡ ਕਰਕੇ ਕਿਸ਼ਤੀ, ਹੈਟ, ਅਲੱਗ-ਅਲੱਗ ਤਰ੍ਹਾਂ ਦੇ ਫੋਲਡਰ ਬਣਾਉਂਦੇ ਹਨ, ਪਰ ਹੋਰ ਵੀ ਕਈ ਤਰ੍ਹਾਂ ਦੇ ਡਿਜ਼ਾਈਨ ਬਣ ਸਕਦੇ ਹਨ। ਉਸ ਨੂੰ ਔਰੀਗਾਮੀ ਕਿਹਾ ਜਾਂਦਾ ਹੈ। ਪੇਪਰਾਂ ਨੂੰ ਫੋਲਡ ਕਰਕੇ ਬਣਾਉਣ ਵਾਲੇ ਪ੍ਰੋਜੈਕਟਾਂ ਲਈ ਕਾਗਜ਼ੀ ਨਮੂਨੇ ਸ਼ਾਮਿਲ ਹੁੰਦੇ ਹਨ। ਇਹਨਾਂ ਪੇਜਾਂ ਵਿੱਚੋਂ ਕੱਟ ਕੇ ਹੋ ਸਕਦੀ ਹੈ। ਫੋਲਡ ਲਾਈਨਾਂ ਨਾਲ ਸਾਡੀਆਂ ਕਾਗਜ਼ੀ ਮਾਸ਼ਰਾ ਬਣਾਉਣ ਨੂੰ ਪੇਸ਼ ਹੁੰਦਾ ਹੈ ਔਰ ਇਸ ਤਰ੍ਹਾਂ ਦੇ ਦਿਖਦੇ ਹਨ।
ਤੁਸੀਂ ਕਿਸ ਕਾਗਜ਼ ਨੂੰ ਕਿਸ ਤਰੀਕੇ ਨਾਲ ਫੋਲਡ ਕਰਕੇ ਕਿਸ ਸ਼ੇਪ ਬਣਾ ਸਕਦੇ ਹੋ, ਆ ਡਿਜ਼ਾਈਨ ਦਿੱਤੇ ਹੁੰਦੇ ਹਨ। ਇਹ ਆਮ ਤੌਰ ਤੇ ਬੱਚਿਆਂ ਦੇ ਲਈ ਡਿਜ਼ਾਈਨ ਕੀਤੇ ਜਾਂਦੇ ਹਨ ਤਾਂ ਕਿ ਉਹ ਉਹਨਾਂ ਦੀ ਕ੍ਰੀਏਟੀਵਿਟੀ ਦੇ ਵਿੱਚ ਵਾਧਾ ਹੋਵੇ। ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਸਟੈਪਸ ਦਿੱਤੇ ਗਏ ਹਨ। ਕੁਝ ਯਾਦ ਰੱਖਣ ਵਾਲੀਆਂ ਗੱਲਾਂ। ਇਸ਼ਤਿਹਾਰਬਾਜ਼ੀ ਤੋਂ ਭਾਵ ਹੈ ਕਿ ਕਿਸੇ ਕੰਪਨੀ ਲੋਕਾਂ ਨੂੰ ਆਪਣੇ ਉਤਪਾਦਾਂ, ਸੇਵਾਵਾਂ ਜਾਂ ਵਿਚਾਰਾਂ ਨੂੰ ਖਰੀਦਣ ਲਈ ਉਤਸ਼ਾਹਿਤ ਕਰਦੀ ਹੈ। MS ਪਬਲਿਸ਼ਰ ਬ੍ਰੋਸ਼ਰ, ਨਿਊਜ਼ਲੈਟਰਾਂ, ਬਿਜ਼ਨਸ ਕਾਰਡ ਅਤੇ ਮੈਨੂ ਸਮੇਤ ਵੱਖ-ਵੱਖ ਤਰ੍ਹਾਂ ਦੇ ਪਬਲੀਕੇਸ਼ਨ ਬਣਾਉਣ ਵਿੱਚ ਸਾਡੀ ਮਦਦ ਲਈ ਟੈਂਪਲੇਟਸ ਅਤੇ ਹੋਰ ਸਾਧਨ ਮੁਹੱਈਆ ਕਰਦਾ ਹੈ। ਬ੍ਰੋਸ਼ਰ ਮੁੱਖ ਤੌਰ ਤੇ ਇੱਕ ਕੰਪਨੀ, ਸੰਸਥਾ ਉਤਪਾਦਾਂ ਦਾ ਸੇਵਕ ਜਨਤਾ ਨੂੰ ਪੇਸ਼ ਕਰਨ ਲਈ ਪ੍ਰਮੋਸ਼ਨਲ ਦਸਤਾਵੇਜ਼ ਦਿੰਦਾ ਹੈ। ਹੁਣ ਇੱਕ ਹੋਰ ਚੀਜ਼ ਬਹੁਤ ਖਾਸ ਤਰੀਕੇ ਨਾਲ ਯਾਦ ਰੱਖਣੀ ਹੈ ਕਿ ਟੈਂਪਲੇਟਸ ਤਾਂ ਮੌਜੂਦ ਹੁੰਦੇ ਹਨ ਮਾਈਕਰੋਸਾਫਟ ਪਬਲਿਸ਼ਰ ਦੇ ਵਿੱਚ, ਪਰ ਤੁਸੀਂ ਆਪਦੇ ਡਿਜ਼ਾਈਨ ਖੁਦ ਨਿਊ ਬਲੈਂਕ ਪੇਜ ਨਾਲ ਵੀ ਬਣਾ ਸਕਦੇ ਹੋ। ਉਸ ਦੇ ਵਿੱਚ ਤੁਹਾਨੂੰ ਖੁਦ ਪੇਜ ਦਾ ਸਾਈਜ਼, ਪੇਜ ਦਾ ਸਟਾਈਲ ਦੇਣਾ ਪਵੇਗਾ। ਇੱਕ ਨਿਊਜ਼ਲੈਟਰ ਇੱਕ ਪ੍ਰਿੰਟਡ ਰਿਪੋਰਟ ਹੋ ਸਕਦੀ ਹੈ। ਇੱਕ ਨੁਮਾਇੰਦਗੀ ਜਾਂ ਨਮੂਨੇ ਵਾਲੇ ਕੱਪੜੇ ਦੀ ਇੱਕ ਲੰਮੀ ਪੱਟੀ ਜਨਤਕ ਥਾਂ ਤੇ ਪ੍ਰਦਰਸ਼ਨੀ ਲਈ ਵਰਤਿਆ ਜਾਂਦਾ ਹੈ। ਕੈਟਾਲੌਗ ਦੀਆਂ ਚੀਜ਼ਾਂ, ਫਲਾਇਰ, ਕਾਰੋਬਾਰੀ ਕਾਰਡ, ਇਹ ਸਾਰੀਆਂ ਇਸ਼ਤਿਹਾਰਬਾਜ਼ੀ ਦੇ ਵਿੱਚ ਕੰਮ ਆਉਂਦੀਆਂ ਹਨ। ਲਿਫਾਫੇ ਦੀ ਪੈਕਿੰਗ ਆਈਟਮ ਕਿਹੋ ਜਿਹੀ ਹੁੰਦੀ ਹੈ, ਲੇਬਲ ਦੇ ਕਾਗਜ਼ ਛਪਿਆ ਹੁੰਦਾ ਹੈ। ਇਸ ਦੇ ਨਾਲ ਹੀ ਤੁਹਾਡਾ ਇਹ ਚੈਪਟਰ ਵੀ ਖਤਮ ਹੁੰਦਾ ਹੈ। ਅੱਜ ਦੇ ਸਮੇਂ ਦੇ ਵਿੱਚ ਹਰ ਚੀਜ਼ ਦੀ ਇੱਕ ਇਸ਼ਤਿਹਾਰਬਾਜ਼ੀ ਹੁੰਦੀ ਹੈ ਔਰ ਇਹ ਇਸ਼ਤਿਹਾਰ ਤੁਸੀਂ ਕਿਸ ਤਰੀਕੇ ਨਾਲ ਕਿਸ ਨੂੰ ਪੇਸ਼ ਕਰ ਸਕਦੇ ਹੋ, ਉਹ ਤੁਸੀਂ ਆਸਾਨੀ ਨਾਲ ਮਾਈਕਰੋਸਾਫਟ ਪਬਲਿਸ਼ਰ ਦੇ ਵਿੱਚ ਬਣਾ ਸਕਦੇ ਹੋ। ਇਸ ਨੂੰ ਆਪਣੇ ਤਰੀਕੇ ਨਾਲ ਟਰਾਈ ਕਰੋ। ਧੰਨਵਾਦ।